Hello students, I hope you all are very well. Today we will do next topic, that is income and expenditure account. Clear? ਆਪਾਂ ਕੀਤੀਆਂ ਸੀ ਰਾਜੇ ਫਾਈਨੈਂਸ਼ੀਅਲ ਸਟੇਟਮੈਂਟ ਆਫ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ। ਤਾਂ ਉਹ 3 ਫਾਈਨੈਂਸ਼ੀਅਲ ਸਟੇਟਮੈਂਟ ਪ੍ਰਪੇਅਰ ਕਰਦੇ ਆ। ਰਿਸਿਪਟ ਐਂਡ ਪੇਮੈਂਟ ਅਕਾਊਂਟ ਆਪਣਾ ਪਿਛਲੀ ਵੀਡੀਓ 'ਚ ਹੋ ਗਿਆ। ਅੱਜ ਅਸੀਂ ਡਿਸਕਸ ਕਰਾਂਗੇ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ। ਫਸਟਲੀ ਜਿਹੜਾ ਇਹ ਅਕਾਊਂਟ ਹੈ ਇਹ ਅਕਰੀਓਲ ਬੇਸਿਸ ਤੇ ਬਣੂਗਾ। ਕਲੀਅਰ? ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਦੇ ਵਿੱਚ ਸਿਰਫ ਤੇ ਸਿਰਫ ਉਹੀ ਇਨਕਮ ਐਕਸਪੈਂਸਿਸ ਰਿਕਾਰਡ ਹੋਣਗੇ ਵਿਚ ਟੇਕ ਪਲੇਸ ਡਿਊਰਿੰਗ ਦਾ ਈਅਰ, ਜਿਹੜੇ ਇਸ ਸਾਲ ਦੇ ਆ। ਅਕਰੀਓਲ ਬੇਸਿਸ ਦਾ ਮਤਲਬ ਕੀ ਹੁੰਦਾ ਕਿ ਅਸੀਂ ਸਿਰਫ ਇੱਕੋ ਸਾਲ ਦੇ ਐਕਸਪੈਂਸਿਸ ਪਾਉਣੇ ਆ। ਜੇ ਕੋਈ ਲਾਸਟ ਈਅਰ ਦਾ ਐਕਸਪੈਂਸਿਸ ਚਾਹੇ ਅਸੀਂ ਉਹਦੇ ਪੈਸੇ ਅੱਜ ਪੇ ਕੀਤੇ ਆ। ਕਲੀਅਰ? ਜੇ ਅੱਜ ਵੀ ਪੇ ਕੀਤੇ ਆ ਹੈ ਉਹ ਪਿਛਲੇ ਸਾਲ ਦਾ ਖਰਚਾ, ਤਾਂ ਉਹ ਅਸੀਂ ਵਿੱਚੋਂ ਮਾਈਨਸ ਕਰ ਦਾਂਗੇ, ਕਿਉਂਕਿ ਇਹਦੇ 'ਚ ਅਸੀਂ ਸਿਰਫ ਉਹੀ ਖਰਚੇ ਤੇ ਉਹੀ ਇਨਕਮ ਰਿਕਾਰਡ ਕਰਨੀ ਆ ਜਿਹੜੀ ਡਿਊਰਿੰਗ ਦਾ ਈਅਰ ਆ, ਮਤਲਬ ਜਿਹੜੀ ਇਸ ਸਾਲ ਦੀ ਆ। ਜਿੱਦਾਂ ਤੁਸੀਂ +1 ਦੇ ਵਿੱਚ ਪ੍ਰੋਫਿਟ ਐਂਡ ਲੋਸ ਅਕਾਊਂਟ ਬਣਾਉਂਦੇ ਸੀ, ਉਹਦੇ 'ਚ ਆਪਾਂ ਕੀ ਕਰਦੇ ਸੀ, ਕੋਈ ਪ੍ਰੀਪੇਡ ਐਕਸਪੈਂਸਿਸ ਮਤਲਬ ਕਿ ਅਗਲੇ ਸਾਲ ਦਾ ਐਡਵਾਂਸ 'ਚ ਪੇ ਕੀਤਾ ਹੈ ਉਹ ਵੀ ਤੁਸੀਂ ਮਾਈਨਸ ਕਰ ਦਿੰਦੇ ਸੀ। ਕੋਈ ਆਊਟਸਟੈਂਡਿੰਗ ਐਕਸਪੈਂਸਿਸ ਇਸ ਸਾਲ ਦਾ ਪੇ ਕਰਨ ਵਾਲਾ ਰਹਿੰਦਾ ਉਹ ਵੀ ਤੁਸੀਂ ਵਿੱਚ ਪਲੱਸ ਕਰ ਦਿੰਦੇ ਸੀ। ਮਤਲਬ ਇਹਦੇ 'ਚ ਤੁਸੀਂ ਫੋਕਸ ਕਾਹਦੇ 'ਤੇ ਕਰਨਾ ਹੈ? ਟਾਈਮ 'ਤੇ। ਜਿੱਦਾਂ ਮੈਂ ਤੁਹਾਨੂੰ ਪਿਛਲੇ 'ਚ ਕਿਹਾ ਕਿ ਤੁਸੀਂ ਉਹਦੇ 'ਚ ਕੈਸ਼ 'ਤੇ ਫੋਕਸ ਕਰਨਾ ਹੈ। ਤੁਸੀਂ ਇਹ ਨਹੀਂ ਦੇਖਣਾ ਪੈਸੇ ਆਉਂਦੇ ਆ ਤੁਸੀਂ ਇਹ ਨਹੀਂ ਦੇਖਣਾ ਕਿ ਪੈਸੇ ਇਸ ਸਾਲ ਦੇ ਆ, ਨੈਕਸਟ ਈਅਰ ਦੇ ਜਾਂ ਕਦੋਂ ਦੇ। ਉਹ 'ਚ ਤੁਸੀਂ ਸਿਰਫ ਪੈਸਾ ਦੇਖਦੇ ਸੀ। ਬਟ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ 'ਚ ਤੁਸੀਂ ਸਿਰਫ ਟਾਈਮ ਦੇਖਣਾ ਹੈ ਕਿ ਜੇ ਹੁਣ 2020 ਚੱਲ ਰਿਹਾ ਤਾਂ ਇਸ ਸਾਲ ਦੇ ਜਿਹੜੇ ਖਰਚੇ ਹੈ, ਚਾਹੇ ਉਹ ਤੁਸੀਂ ਪੇ ਕੀਤੇ ਹੈ ਚਾਹੇ ਉਹ ਤੁਸੀਂ ਪੇ ਨਹੀਂ ਕੀਤੇ, ਉਹ ਤੁਸੀਂ ਰਿਕਾਰਡ ਕਰੋਗੇ। ਇਸ ਸਾਲ ਦੀ ਜਿਹੜੀ ਇਨਕਮ ਆ, ਚਾਹੇ ਉਹ ਮਿਲੀ ਹੈ ਚਾਹੇ ਉਹ ਨਹੀਂ ਮਿਲੀ, ਉਹ ਤੁਸੀਂ ਰਿਕਾਰਡ ਕਰੋਗੇ। ਮੀਨਸ ਕਿ ਇਹਦੇ 'ਚ ਅਸੀਂ ਟਾਈਮ ਪੀਰੀਅਡ ਨੂੰ ਕੰਸੀਡਰ ਕਰਨਾ, ਪੈਸਿਆਂ ਨੂੰ ਕੰਸੀਡਰ ਨਹੀਂ ਕਰਨਾ। ਤਾਂ ਇਹਦੇ ਵਿੱਚ ਕਹਿੰਦੇ ਜਿਹੜਾ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਆ ਉਹ ਇੱਕ ਨੋਮੀਨਲ ਅਕਾਊਂਟ ਹੈ। ਇਹ ਅਸੀਂ ਹਮੇਸ਼ਾ ਸਾਲ ਦੇ ਐਂਡ 'ਤੇ ਪ੍ਰਪੇਅਰ ਕਰਦੇ ਹਾਂ ਅਤੇ ਇਹਦੇ ਤੋਂ ਸਾਨੂੰ ਐਂਡ 'ਤੇ ਇਹ ਪਤਾ ਲੱਗਦਾ ਕਿ ਸਾਨੂੰ ਸਰਪਲਸ ਹੋਇਆ ਕਿ ਡੈਫੀਸ਼ਿਟ ਹੋਇਆ। ਕਲੀਅਰ? ਇਹਦੇ 'ਚ ਜਿੰਨੇ ਵੀ ਐਕਸਪੈਂਸਿਸ ਹੋਣਗੇ ਉਹ ਅਸੀਂ ਡੈਬਿਟ ਸਾਈਡ ਲਿਖਾਂਗੇ, ਜਿੰਨੀਆਂ ਵੀ ਇਨਕਮ ਹੋਣਗੀਆਂ ਉਹ ਅਸੀਂ ਕ੍ਰੈਡਿਟ ਸਾਈਡ ਲਿਖਾਂਗੇ। ਕਲੀਅਰ? ਇਹ ਕਿਹੜੇ ਬੇਸਿਸ 'ਤੇ ਪ੍ਰਪੇਅਰ ਹੁੰਦਾ? ਅਕਰੀਓਲ ਬੇਸਿਸ 'ਤੇ। ਅਕਰੀਓਲ ਬੇਸਿਸ ਦਾ ਮਤਲਬ ਕੀ ਆ ਕਿ ਇਹਦੇ ਵਿੱਚ ਸਿਰਫ ਉਹੀ ਇਨਕਮ ਸਾਰੀਆਂ ਰਿਕਾਰਡ ਹੋਣਗੀਆਂ ਜਿਹੜੀਆਂ ਇਸ ਸਾਲ ਦੀਆਂ, ਚਾਹੇ ਉਹ ਰਿਸੀਵ ਹੋਈਆਂ ਚਾਹੇ ਉਹ ਰਿਸੀਵ ਨਹੀਂ ਹੋਈਆਂ, ਬਟ ਅਗਰ ਉਹ ਇਸ ਸਾਲ ਨਾਲ ਰਿਲੇਟ ਕਰਦੀਆਂ ਤਾਂ ਅਸੀਂ ਰਿਕਾਰਡ ਕਰਾਂਗੇ। ਸਿਮਿਲਰਲੀ ਪੇਮੈਂਟ ਵੀ ਜਿਹੜੀਆਂ ਇਸ ਸਾਲ ਦੀਆਂ ਉਹ ਅਸੀਂ ਰਿਕਾਰਡ ਕਰਾਂਗੇ, ਚਾਹੇ ਉਹ ਪੇ ਹੋਈਆਂ ਚਾਹੇ ਨਹੀਂ ਹੋਈਆਂ। ਕਲੀਅਰ? ਅਗੇਨ ਬੱਚੇ ਤੁਸੀਂ ਧਿਆਨ ਰੱਖਣਾ ਕਿ ਜਦੋਂ ਅਸੀਂ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਬਣਾਉਣਾ ਹੈ ਤਾਂ ਅਸੀਂ ਈਅਰ ਦਾ ਧਿਆਨ ਦੇਣਾ ਕਿ ਜੇ ਉਹ ਇਸ ਸਾਲ ਨਾਲ ਰਿਲੇਟਡ ਹੈ ਤਾਂ ਅਸੀਂ ਉਹ ਚੀਜ਼ ਪਾਉਣੀ ਹੀ ਪਾਉਣੀ ਆ, ਰਿਕਾਰਡ ਕਰਨੀ ਹੋਈ ਕਰਨੀ ਆ। ਦੈਨ ਲਾਸਟ 'ਤੇ ਦੋਨੋਂ ਸਾਈਡ ਦਾ ਤੁਸੀਂ ਟੋਟਲ ਕਰ ਲੈਣਾ। ਅਗਰ ਇਨਕਮ ਜ਼ਿਆਦਾ ਹੈ ਤਾਂ ਸਰਪਲਸ, ਅਗਰ ਐਕਸਪੈਂਸਿਸ ਜ਼ਿਆਦਾ ਹੈ, ਟੋਟਲ ਐਕਸਪੈਂਸਿਸ ਮੋਰ ਦੈਨ ਹੈ, ਤਾਂ ਸਾਡੇ ਕੋਲ ਕੀ ਆ? ਡੈਫੀਸ਼ਿਟ। ਡੈਫੀਸ਼ਿਟ ਦਾ ਮਤਲਬ ਲੋਸ। ਕਲੀਅਰ? ਦੈਨ ਫੀਚਰਸ। ਪਹਿਲੀ ਫੀਚਰ ਕੀ ਹੈ? ਇਹਦਾ ਨੇਚਰ ਆਪਣੇ ਕੋਲ ਕੀ ਆ? ਨੋਮੀਨਲ ਹੈ। ਇਹ ਬਿਲਕੁਲ ਸੇਮ ਕਿਹਦੇ ਵਰਗਾ? ਜਿੱਦਾਂ ਰਿਸਿਪਟ ਐਂਡ ਪੇਮੈਂਟ ਅਕਾਊਂਟ ਕੈਸ਼ ਬੁੱਕ ਨਾਲ ਸੇਮ ਸੀ, ਇਹ ਸੇਮ ਹੁੰਦਾ ਪ੍ਰੋਫਿਟ ਐਂਡ ਲੋਸ ਅਕਾਊਂਟ ਦੇ ਨਾਲ। ਇਹ ਸਾਨੂੰ ਸਾਲ ਦੇ ਐਂਡ 'ਤੇ ਸਰਪਲਸ ਜਾਂ ਡੈਫੀਸ਼ਿਟ ਦੱਸਦਾ। ਦੈਨ ਇਹਦੇ 'ਚ ਸਮਰੀ ਕਾਹਦੀ ਹੁੰਦੀ ਆ? ਇਨਕਮ ਤੇ ਐਕਸਪੈਂਡੀਚਰਸ ਦੀ। ਇਹਦੇ ਵਿੱਚ ਸਿਰਫ ਤੇ ਸਿਰਫ ਰੈਵਨਿਊ ਆਈਟਮ, ਦੋ ਚੀਜ਼ਾਂ ਇਹਦੇ 'ਚ ਤੁਸੀਂ ਧਿਆਨ ਰੱਖਣੀਆਂ। ਇੱਕ ਤਾਂ ਇਹਦੇ 'ਚ ਇਕੱਲੀਆਂ ਰੈਵਨਿਊ ਆਈਟਮਸ ਰਿਕਾਰਡ ਕਰਨੀਆਂ। ਰੈਵਨਿਊ ਆਈਟਮ ਮੀਨਸ ਜਿਹੜੇ ਖਰਚੇ ਵਾਰ-ਵਾਰ ਹੁੰਦੇ ਆ, ਜਿੱਦਾਂ ਸੈਲਰੀ ਅਸੀਂ ਹਰ ਮੰਥ ਪੇ ਕਰਦੇ ਹਾਂ, ਇੰਟਰਸਟ ਅਸੀਂ ਹਰ ਮੰਥ ਪੇ ਕਰਦੇ ਹਾਂ, ਟਰੈਵਲਿੰਗ ਐਕਸਪੈਂਸਿਸ ਆਪਾਂ ਵਾਰ-ਵਾਰ ਪੇ ਕਰਦੇ ਹਾਂ। ਜਿਹੜੇ ਨੋਰਮਲ ਰੂਟੀਨ ਦੇ ਖਰਚੇ ਆ, ਇੱਦਾਂ ਹੀ ਨੋਰਮਲ ਰੂਟੀਨ ਦੀ ਇਨਕਮ, ਜਿੱਦਾਂ ਇੰਟਰਸਟ ਵਗੈਰਾ ਆਪਾਂ ਨੂੰ ਹਰ ਵਾਰ ਮਿਲਦਾ, ਉਹ ਚੀਜ਼ਾਂ ਨੂੰ ਅਸੀਂ ਰਿਕਾਰਡ ਕਰਨਾ ਹੈ। ਅਗਰ ਕੋਈ ਇੱਦਾਂ ਦੀ ਆਈਟਮ ਹੈ ਜਿਹੜੀ ਜਿੱਦਾਂ ਫਰਨੀਚਰ ਖਰੀਦ ਲਿਆ, ਉਹ ਅਸੀਂ ਵਾਰ-ਵਾਰ ਨਹੀਂ ਪਰਚੇਸ ਕਰਾਂਗੇ ਤਾਂ ਉਹ ਇੱਥੇ ਰਿਕਾਰਡ ਨਹੀਂ ਕਰਾਂਗੇ। ਇਹ ਕਿਹੜੇ ਬੇਸਿਸ 'ਤੇ ਬਣਦਾ ਹੈ? ਅਕਰੀਓਲ ਬੇਸਿਸ 'ਤੇ ਬਣਦਾ ਹੈ। ਇਹਦੇ ਵਿੱਚ ਅਸੀਂ ਦੋਨੋਂ ਟ੍ਰਾਂਜੈਕਸ਼ਨ ਰਿਕਾਰਡ ਕਰਦੇ ਹਾਂ, ਚਾਹੇ ਕੈਸ਼ ਆਇਆ ਚਾਹੇ ਉਹ ਟ੍ਰਾਂਜੈਕਸ਼ਨ ਨੋਨ ਕੈਸ਼ ਆ, ਜਿੱਦਾਂ ਡੈਪਰੀਸ਼ੀਏਸ਼ਨ ਹੋ ਗਈ, ਪ੍ਰੋਵੀਜ਼ਨ ਹੋ ਗਈ, ਪਰ ਹੈ ਤਾਂ ਇੱਕ ਤਰ੍ਹਾਂ ਨਾਲ ਇਹ ਵੀ ਐਕਸਪੈਂਸਿਸ ਹੀ ਆ, ਤਾਂ ਅਸੀਂ ਇਹਦੇ 'ਚ ਕੈਸ਼ ਨੋਨ ਕੈਸ਼ ਦੋਨੋਂ ਐਕਸਪੈਂਸਿਸ ਰਿਕਾਰਡ ਕਰਦੇ ਹਾਂ। ਦੈਨ ਪੀਰੀਅਡ। ਇਹਦੇ ਵਿੱਚ ਜੋ ਵੀ ਇਨਕਮ ਐਕਸਪੈਂਸਿਸ ਹੋਣਗੇ ਉਹ ਸਿਰਫ ਸਾਡੇ ਇਸ ਫਾਈਨੈਂਸ਼ੀਅਲ ਪੀਰੀਅਡ ਦੇ ਹੋਣਗੇ। ਕੋਈ ਪਿਛਲੇ ਸਾਲ ਦੀ ਆਈਟਮ ਨਹੀਂ ਅਸੀਂ ਕੰਸੀਡਰ ਕਰਨੀ, ਕੋਈ ਅਗਲੇ ਸਾਲ ਦੀ ਨਹੀਂ ਕੰਸੀਡਰ ਕਰਨੀ। ਜੇ ਪਿਛਲੇ ਸਾਲ ਦੀ ਉਹ ਵੀ ਮਾਈਨਸ ਕਰ ਦਿਓ, ਅਗਲੇ ਸਾਲ ਦੀ ਹੈ ਉਹ ਵੀ ਮਾਈਨਸ ਕਰ ਦਿਓ। ਦੈਨ ਮੈਚਿੰਗ ਕੰਸੈਪਟ। ਮੈਚਿੰਗ ਕੰਸੈਪਟ ਕੀ ਹੁੰਦਾ ਰਾਜੇ? ਜਿੱਥੇ ਆਪਾਂ ਇਨਕਮ ਤੇ ਐਕਸਪੈਂਸਿਸ ਨੂੰ ਮੈਚ ਕਰਦੇ ਆ, ਉੱਥੋਂ ਪਤਾ ਕਰਦੇ ਆ ਕਿ ਸਾਨੂੰ ਫਾਇਦਾ ਹੋਇਆ ਕਿ ਨੁਕਸਾਨ। ਤਾਂ ਇਹਦੇ ਵਿੱਚ ਮੈਚਿੰਗ ਕੰਸੈਪਟ ਫੋਲੋ ਹੁੰਦਾ ਹੈ, ਕਿਉਂਕਿ ਇਹਦੇ 'ਚ ਅਸੀਂ ਐਕਸਪੈਂਸਿਸ ਤੇ ਇਨਕਮ ਨੂੰ ਪਲੱਸ ਮਾਈਨਸ ਕਰਕੇ ਸਰਪਲਸ ਜਾਂ ਡੈਫੀਸ਼ਿਟ ਪਤਾ ਕਰਦੇ ਆ। ਕਲੀਅਰ? ਦੈਨ ਕਲੋਜ਼ਿੰਗ ਬੈਲੈਂਸ।
क्लोजिंग बैलेंस की हुंदा इहदा, अगर क्रेडिट साइड का टोटल ज़्यादा है तो साडे कोले सरप्लस है क्योंकि क्रेडिट साइड इनकम हुंदी है, अगर डेबिट साइड का टोटल ज़्यादा तो साडे कोले की है डेफिसिट है, मीनस के घट है। क्लीयर। हुण इहदे च असीं सिर्फ डेली रूटीन के एक्सपेंसिस पाने हैं, डेबिट साइड एक्सपेंडिचर जिद्दां सैलरी वेजिस आपां वार-वार दिंदे आ, रेंट वार पे करते हैं, प्रिंटिंग स्टेशनरी के खर्चे भी वार-वार होंदे आ, ऑडिट फीस हो गई, अनोरियम हो गया जिहड़ा अपने कोले कोई गैसट आए होंदे लैक्चर देन असीं उन्हां नूं एज ऑनर कुछ दिंदे आ, बुक्स एंड पीरियडिकल के खर्चे हो गए, कोई एनुअल डिनर एक्सपेंसिस, पोस्टेज, बैंक चार्जिस, मतलब डेली रूटीन के एक्सपेंसिस। सिमिलरली जिहड़ियां सानूं वार-वार इनकम मिलदी है, जिवें सबसक्रिप्शन हर साल मिलती है, ये आपां करना है अगे सबसक्रिप्शन की हुंदी है, एंट्रेंस फीस, डोनेशन, ये तुहानूं लिखिया होगा कि जे ये रेवन्यू आइटम है तो असीं इत्थे पावांगे, जे रेवन्यू नहीं हैगी तो असीं नहीं पावांगे। सिमिलरली डोनेशन जे किसी स्पैशल परपज़ ਲਈ होगी तो आप रिकॉर्ड नहीं करांगे, जे सिंपल आ तो असीं रिकॉर्ड करांगे। ठीक है, इदां नॉर्मल इनकम सारियां तुसीं रिकॉर्ड करो। नैक्सट तुहाडे कोल टॉपिक है डिफरेंस बिटवीन रिसिप्ट एंड पेमेंट अकाउंट एंड इनकम एंड एक्सपेंडिचर। ठीक है, तो हुण रजे दोने अकाउंट्स का मीनिंग अपना हो गया। फर्स्टली रिसिप्ट एंड पेमेंट अकाउंट सी साडे कोले रियल अकाउंट, इनकम एंड एक्सपेंडिचर अकाउंट सीगा नॉमिनल अकाउंट। दैन रिसिप्ट एंड पेमेंट का ओपनिंग बैलेंस की सीगा कैश, वो कैश बैलेंस ना स्टार्ट हुंदा सी, बट इनकम एंड एक्सपेंडिचर का कोई भी ओपनिंग बैलेंस नहीं हुंदा, इहदे सिर्फ इनकम ते एक्सपेंसिस पैंदे आ। सिमिलरली रिसिप्ट एंड पेमेंट का क्लोजिंग बैलेंस की हुंदा सी कैश इन हैंड, ये सानूं ये दसदा सी कि साल दे एंड ते साडे कोले कैश किन्ना है, बट इनकम एंड एक्सपेंडिचर आपां नूं की दसदा सी कि सानूं किन्ना सरप्लस होया या सानूं किन्ना डेफिसिट होया। रिसिप्ट एंड पेमेंट अकाउंट किहड़े बेसिस ते बनदा सी, कैश बेसिस ते, इनकम एंड एक्सपेंडिचर किहड़े बेसिस ते बनदा सी, अक्रियूल बेसिस ते। क्लीयर। दैन आउटस्टैंडिंग आइटम्स, बचे आउटस्टैंडिंग आइटम्स किहड़ियां हुंदियां जिहड़ियां हजे पे करन वालियां रहिंदियां, तो हुण इहदे च तां हजे असीं सिर्फ कैश वालियां ट्रांजैक्शन रिकॉर्ड करते हैं, तो जे कोई आउटस्टैंडिंग एक्सपेंसिस आ गए तो असीं उहनूं की करांगे, इग्नोर करांगे, क्योंकि ना सानूं हजे पैसे मिले आ कोई इनकम दे, ना असीं पैसे पे कीते। अगर कैश आया गया नहीं हैगा तो असीं उहनूं इस अकाउंट दे विच रिकॉर्ड नहीं करना। बट इनकम एंड एक्सपेंडिचर अक्रियूल बेसिस ते आ, तो ये जे अगर कोई इदां दा खर्चा है कि जिहड़ा आउटस्टैंडिंग एक्सपेंसिस या इनकम है इस ईयर का, तो असीं उहनूं रिकॉर्ड करांगे, चाहे वो पैसे मिले पे कीते आ या नहीं। दैन आइटम टू बी रिकॉर्डेड, रिसिप्ट एंड पेमेंट अकाउंट दे विच डेबिट साइड रिसिप्ट आउंदी है, क्रेडिट साइड पेमेंट्स आउंदियां, पर इनकम एंड एक्सपेंडिचर अकाउंट दे विच डेबिट साइड एक्सपेंसिस आउंदे आ, क्रेडिट साइड इनकम आउंदी है। क्लीयर। दैन पीरीयड, ਇਹਦੇ ਵਿੱਚ ਸਾਰੀਆਂ ट्रांजैक्शन ਜਿਹੜੀਆਂ रिकॉर्ड ਹੁੰਦੀਆਂ अगर कैश आ रहा ਜਾਂ कैश जा रहा, पीरीयड चाहे करंट ईयर का होवे, चाहे पास्ट ईयर होवे, चाहे नैक्सट ईयर होवे, बट इनकम एंड एक्सपेंडिचर के अकाउंट में सिर्फ तो सिर्फ करंट ईयर मतलब कि उस साल दी ट्रांजैक्शन पैंदियां, अगले पिछले साल दी ट्रांजैक्शन असीं की करते हैं, माइनस करते हैं। क्लीयर। दैन नेचर ऑफ आइटम, नेचर ऑफ आइटम मतलब कैपिटल आइटम या रेवन्यू आइटम। कैपिटल आइटम होंदियां जिहड़ियां कदे कदे होंदियां, रेवन्यू आइटम होंदियां जिहड़ियां वार वार होंदियां। तो रिसिप्ट एंड पेमेंट अकाउंट दोनों रिकॉर्ड होंदियां, चाहे कैपिटल होवे चाहे रेवन्यू होवे, बट इनकम एंड एक्सपेंडिचर अकाउंट दे विच सिर्फ तो सिर्फ रेवन्यू नेचर दियां जिहड़ियां आमदनगत नेचर दियां होंदियां उही रिकॉर्ड होंदियां। क्लीयर। दैन रिसिप्ट एंड पेमेंट अकाउंट असीं क्यों प्रिपेयर करते हैं, आपदे बिजनेस की कैश पोजीशन पता करने लई कि सानूं साल के एंड ते कैश पता लग जाए साडे कोले कैश कितना है, बट इनकम एंड एक्सपेंडिचर असीं रिजल्ट देखने लई करते हैं कि सानूं सरप्लस होया या डेफिसिट होया। दैन रिसिप्ट एंड पेमेंट अकाउंट जो आप दोनों साइड्स का डिफरेंस करते हैं, टोटल करके डिफरेंस कढ़ते हैं, तो डिफरेंस की होंदा है साल के एंड ते कितना कैश है, बट इहदा डिफरेंस की होंदा है सरप्लस या डेफिसिट। दैन कैरी फॉरवर्ड मीनस के बैलेंस अगे लेके जाना। हुण रिसिप्ट एंड पेमेंट अकाउंट का जो कैश बैलेंस होंदा है वो नैक्सट पीरीयड का कैश ओपनिंग बन जाता, अज एंड ते जिहड़ा अपने कोले क्लोजिंग कैश है वो कल मॉर्निंग का की बन जाएगा, ओपनिंग कैश बैलेंस। बट इहदा जिहड़ा क्लोजिंग बैलेंस होंदा उहनूं असीं अगे कैरी फॉरवर्ड नहीं करते, उहनूं असीं बैलेंस शीट दे विच अगर सरप्लस है तो प्लस कर लेने आपदी कैपिटल च, अगर डेफिसिट है तो माइनस कर लेने। दैन प्रैपरेशन ऑफ बैलेंस शीट, हुण जो रिसिप्ट एंड पेमेंट अकाउंट आ इहदे तो बैलेंस शीट नहीं बनती, ये तो बाद पहला इनकम एंड एक्सपेंडिचर अकाउंट बनता है, फिर बैलेंस शीट बनती है, बट इनकम एंड एक्सपेंडिचर के असीं नाल बैलेंस शीट प्रिपेयर करते ही हाँ। क्लीयर। दैन इनकम एंड
ਰਿਸਿਪਟ ਐਂਡ ਪੇਮੈਂਟ ਅਕਾਊਂਟ ਉਹ ਕਿਹੜਾ ਹੁੰਦਾ ਕੈਸ਼ ਬੇਸਿਸ। ਜਦੋਂ ਕੈਸ਼ ਬੇਸਿਸ ਹੈ ਤਾਂ ਰਿਸਿਪਟ ਐਂਡ ਪੇਮੈਂਟ ਦੇ ਵਿੱਚ ਕੋਈ ਵੀ ਨॉन ਕੈਸ਼ ਆਈਟਮ ਡੈਪਰੀਸ਼ੀਏਸ਼ਨ ਹੋ ਗਈ ਜਾਂ ਕੋਈ ਕ੍ਰੈਡਿਟ ਸੇਲ ਪਰਚੇਸ ਹੋ ਗਈ ਉਹ ਰਿਕਾਰਡ ਨਹੀਂ ਹੋਏਗੀ। ਬਟ ਜੋ ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਆ ਉਹਦੇ ਵਿੱਚ ਇਹ ਸਾਰੀਆਂ ਐਡਜਸਟਮੈਂਟ ਹੁੰਦੀਆਂ ਨॉन ਕੈਸ਼ ਟ੍ਰਾਂਜੈਕਸ਼ਨਸ ਦੀ ਰਿਕਾਰਡ ਹੁੰਦੀਆਂ। ਲਾਸਟ ਰਿਸਿਪਟ ਐਂਡ ਪੇਮੈਂਟ ਅਕਾਊਂਟ ਕਿਹਦੇ ਵਰਗਾ ਸੀ, ਕੈਸ਼ ਬੁੱਕ ਵਰਗਾ ਸੇਮ ਸੀ। ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਕਿਹਦੇ ਨਾਲ ਸੇਮ ਸੀ, ਪ੍ਰੋਫਿਟ ਐਂਡ ਲॉस ਅਕਾਊਂਟ। Clear? I hope you understand well. Thank you students.